ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੁਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਵਾਹਿਗੁਰੂ ਵਾਹਿਗੁਰੂ। ਗੁਰੂ ਸਾਹਿਬ ਦੇ ਪਾਵਨ ਪਿੱਤਰ ਹਜ਼ੂਰੀ ਵਿੱਚ ਨਗਰ ਗੌਂਸਲ ਵਿਖੇ ਸਾਰੀ ਜੁੜ ਬੈਠੀ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਗੁਰੂ ਸਾਹਿਬ ਦੀ ਬਖਸ਼ੀ ਫਤਿਹ ਪ੍ਰਵਾਨ ਕਰਨੀ। ਕੋਈ ਰਸਨਾ ਵਾਂਝੀ ਨਾ ਰਹੇ। ਗੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਇਹ ਸਮਾਂ ਬਖਸ਼ਿਆ ਹੈ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਹਾਜ਼ਰੀ ਭਰਨ ਦਾ। ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ, ਉਹ ਆਪ ਅੰਗ ਸੰਗ ਸਹਾਈ ਹੋ ਕੇ ਵਿਚਾਰ ਜੋ ਤੁਹਾਡੇ ਨਾਲ ਸਾਂਝੇ ਕਰਨੇ ਨੇ, ਗੁਰੂ ਮਹਾਰਾਜ ਆਪ ਸੇਵਾ ਲੈਣ। ਸਭਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਓ। ਇਕਾਗਰਤਾ ਬਣਾ ਕੇ ਵਿਚਾਰ ਸੁਣਨ ਦੀ ਕਿਰਪਾਲਤਾ ਕਰਨੀ ਜੀ। ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਆਪਾਂ ਇਸ ਗੱਲ ਤੋਂ ਜਾਣੂ ਹੋਈਏ ਕਿ ਜਿਨ੍ਹਾਂ ਦੀ ਪਾਵਨ ਪਵਿੱਤਰ ਗੋਦ ਵਿੱਚ ਅਸੀਂ ਅੱਜ ਜੁੜ ਬੈਠੇ ਹਾਂ, ਅਸੀਂ ਆਮ ਤੌਰ 'ਤੇ ਇਹ ਵਰਤੋਂ ਵਿੱਚ ਲਿਆਉਂਦੇ ਹਾਂ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਹੋ ਸਕਦਾ ਕਾਫੀ ਸੰਗਤ ਇਸ ਤੋਂ ਜਾਣੂ ਵੀ ਹੋਵੇ, ਪਰ ਜਿਹੜੇ ਜਾਣਕਾਰ ਨਹੀਂ ਹਨ ਉਹਨਾਂ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪੂਰਾ ਨਾਂ ਕੀ ਹੈ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਉਹ ਹੈ ਪੂਰਾ ਨਾਂ, ਸਹੀ ਨਾਂ, ਅਸਲ। ਉਹ ਕਿਉਂ ਹੈ? ਜਦੋਂ ਅਸੀਂ ਮੂਲ ਮੰਤਰ ਪੜ੍ਹਦੇ ਹਾਂ ਜਾਂ ਪਹਿਲੀ ਪੌੜੀ ਵੀ ਆਪਾਂ ਕਹਿ ਦਿੰਦੇ ਹਾਂ, ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਯੁਗਾਂ ਦੀ ਤਾਂ ਸਮਝ ਆਉਂਦੀ ਹੈ, ਜੁਗਾਦ ਸੱਚ ਕਿ ਜਦੋਂ ਤੋਂ ਯੁੱਗ ਸ਼ੁਰੂ ਹੋਏ ਉਸ ਵੇਲੇ ਤੋਂ ਹੈ। ਆਦਿ ਕੀ ਹੈ ਕਿ ਯੁੱਗਾਂ ਤੋਂ ਵੀ ਪਹਿਲਾਂ, ਜਦੋਂ ਕੁਝ ਹੈ ਹੀ ਨਹੀਂ ਸੀ, ਆਦਿ ਵੇਲਾ ਉਸ ਨੂੰ ਕਿਹਾ ਜਾਂਦਾ ਹੈ। ਤੇ ਜਦੋਂ ਮਹਾਰਾਜ ਦੇ ਨਾਮ ਦੇ ਅੱਗੇ ਆਦਿ ਲਿਖਿਆ ਆਉਂਦਾ ਹੈ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ, ਤਾਂ ਜਦੋਂ ਕੁਝ ਵੀ ਨਹੀਂ ਸੀ ਉਸ ਵੇਲੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਨ। ਕਹਿਣ ਤੋਂ ਭਾਵ ਉਸ ਵੇਲੇ ਵੀ ਬਾਣੀ ਸੀ, ਨਾਮ ਸੀ। ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਔਰ ਇਹ ਨਾਮ ਹੈ, ਔਰ ਜਦੋਂ ਦੁਨੀਆ ਨਹੀਂ ਵੀ ਰਹੇਗੀ ਇਹ ਨਾਮ ਤਦ ਵੀ ਰਹੇਗਾ। ਉਸ ਤੋਂ ਬਾਅਦ ਬਾਣੀ ਸ਼ੁਰੂ ਹੁੰਦੀ ਹੈ, ਇੱਕ ਓੰਕਾਰ। ਧਿਆਨ ਦੇਣਾ ਸੰਗਤ ਜੀ, ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਕਿਤੇ ਆਉਂਦਾ ਸ਼ਲੋਕ ਮਹੱਲਾ ਪਹਿਲਾ ਜਾਂ ਸ਼ਲੋਕ ਮਹੱਲਾ ਪੰਜਵਾਂ, ਪਰ ਜਿੱਥੋਂ ਬਾਣੀ ਸ਼ੁਰੂ ਹੁੰਦੀ ਹੈ ਇੱਕ ਓੰਕਾਰ,
ਇੱਕ ਓੰਕਾਰ ਤੋਂ ਹੀ ਸ਼ੁਰੂ ਹੁੰਦੀ ਹੈ। ਉੱਥੇ ਕੋਈ ਸ਼ਲੋਕ ਨਹੀਂ ਆਉਂਦਾ, ਕੋਈ ਮਹੱਲਾ ਨਹੀਂ ਆਉਂਦਾ। ਉਹ ਇੱਕ ਹੈ ਔਰ ਸਦਾ ਹੈ। ਅੱਜ ਥੋੜ੍ਹੀ ਜਿਹੀ ਆਪਾਂ ਵਿਚਾਰ ਚਰਚਾ ਮੂਲ ਮੰਤਰ ਤੇ ਕਰਾਂਗੇ। ਇੱਕ ਓੰਕਾਰ ਤਿੰਨ ਚੀਜ਼ਾਂ ਦਾ ਸੁਮੇਲ ਹੈ। ਇੱਕ ਲਿਆ ਗਿਆ ਹੈ ਹਿਸਾਬ ਤੋਂ, ਓ ਅੰਗ, ਜਦੋਂ ਐੜੇ ਤੇ ਟਿੱਪੀ ਪੈਂਦੀ ਹੈ ਅੰਗ, ਓ ਅੰਗ, ਇਹ ਹੈ ਵਰਨਮਾਲਾ ਤੋਂ। ਔਰ ਕਾਰ, ਕਾਰ ਲਿਆ ਗਿਆ ਹੈ ਕਲਾ ਤੋਂ। ਜਦੋਂ ਓੰਕਾਰ ਲਿਖਦੇ ਹੋ, ਜਿਹੜੀ ਲਾਈਨ ਆਪਾਂ ਦੇਖੀ ਦੀ ਆ ਕਿ ਉੱਪਰ ਵੱਲ ਨੂੰ ਜਾਂਦੀ ਹੈ, ਉਹ ਹੈ ਕਿ ਕਦੇ ਨਾ ਰੁਕਣ ਵਾਲੀ। ਜੋ ਮਹਾਰਾਜ ਜੀ ਨੇ ਇਹ ਕਾਰਜ ਕੀਤਾ ਹੈ ਔਰ ਉਹਨਾਂ ਦਾ ਨਾਮ ਹੈ ਔਰ ਉਹਨਾਂ ਨੇ ਸ੍ਰਿਸ਼ਟੀ ਸਾਜੀ ਹੈ, ਉਹ ਆਪਣਾ ਕਾਰਜ ਸਦਾ ਹੀ ਕਰਦੇ ਰਹਿੰਦੇ ਹਨ, ਜੋ ਕਿਸੇ ਨੂੰ ਦਿਖਦੇ ਨਹੀਂ, ਮਨੁੱਖਾ ਪਕੜ ਤੋਂ ਬਾਹਰ ਨੇ। ਉਹ ਵਾਹਿਗੁਰੂ ਆਪਣੀ ਕਾਰਜ ਸਦਾ ਹੀ ਕਰਦਾ ਰਹਿੰਦਾ ਹੈ। ਇੱਕ ਓੰਕਾਰ ਸਤਨਾਮ। ਸਤਨਾਮ ਭਾਵ ਅਸੀਂ ਕਹਿ ਦਿੰਦੇ ਹਾਂ ਕਿ ਸੱਚਾ ਨਾਮ। ਪਰ ਸੱਚਾ ਨਾਮ ਕਿਹੜਾ? ਸਦਾ ਰਹਿਣ ਵਾਲਾ। ਜਦੋਂ ਕੁਛ ਨਹੀਂ ਸੀ ਉਸ ਵੇਲੇ ਵੀ ਸੀ, ਹੁਣ ਵੀ ਹੈ, ਔਰ ਜਦੋਂ ਕੁਛ ਵੀ ਨਹੀਂ ਰਹੇਗਾ ਉਦੋਂ ਵੀ ਇਹ ਨਾਮ ਰਹੇਗਾ। ਸਾਇੰਸ ਨੇ ਤਾਂ ਬਹੁਤ ਤਰੱਕੀ ਕਰ ਲਈ ਹੈ, ਆਪਸ ਦੇ ਵਿੱਚ ਲੁਕਾਈ ਲੜ ਰਹੀ ਹੈ। ਵਿਗਿਆਨ ਕੋਈ ਕਹਿੰਦਾ ਅਸੀਂ ਇਹ ਪ੍ਰਾਪਤੀ ਕਰ ਲਈ ਹੈ ਕਿ ਇਨਸਾਨ ਦਾ ਜਨਮ ਕਿਵੇਂ ਹੋਇਆ ਹੈ, ਇਹ ਕਿਸੇ ਨੂੰ ਪਤਾ ਹੈ? ਇਸ ਤੇ ਕੋਈ ਪੱਕੀ ਮੋਹਰ ਲੱਗ ਸਕੀ ਹੈ ਅੱਜ ਤੱਕ? ਸੋ ਗੁਰੂ ਸਾਹਿਬ ਸਾਨੂੰ ਦੱਸ ਕੇ ਗਏ ਨੇ ਕਿ ਜਦੋਂ ਅਕਾਲ ਪੁਰਖ ਨੇ ਸ੍ਰਿਸ਼ਟੀ ਸਾਜੀ, ਇਹ ਸ਼ਬਦ ਤੋਂ ਬਣਿਆ ਹੋਇਆ ਸਰੀਰ ਹੈ ਸਾਡਾ। ਧੁਨੀ ਰੂਪ ਜੋ ਆਵਾਜ਼ ਆਈ, ਜੋ ਗੁਰੂ ਨਾਨਕ ਸਾਹਿਬ ਨੇ ਮਹਿਸੂਸ ਕੀਤੀ, ਉਹ ਧੁਨੀ ਰੂਪ ਸ਼ਬਦ ਹੈ ਇੱਕ ਓੰਕਾਰ। ਇੱਕ ਓੰਕਾਰ ਸਤਨਾਮ ਕਰਤਾ ਪੁਰਖ, ਕਰਤਾ ਕਰਨ ਵਾਲਾ, ਜਿਸਨੇ ਇਸ ਸ੍ਰਿਸ਼ਟੀ ਨੂੰ ਸਾਜਿਆ। ਔਰ ਉਸਦੇ ਕਾਰਜ ਕਦੇ ਰੁਕਦੇ ਨਹੀਂ, ਚੱਲੀ ਜਾ ਰਹੇ ਨੇ। ਪੁਰਖ ਆਪ ਵਿੱਚ ਵਸਿਆ ਹੋਇਆ ਹੈ। ਇਸ ਦੁਨਿਆਵੀ ਅੱਖ ਨਾਲ ਨਹੀਂ ਦੇਖ ਸਕਦੇ ਉਸ ਨੂੰ, ਇਹਨਾਂ ਹੱਥਾਂ ਨਾਲ ਉਸਦੇ ਚਰਨਾਂ ਨੂੰ ਨਹੀਂ ਛੂਹ ਸਕਦੇ, ਪਰ ਹੈ ਉਹ ਵਿੱਚ ਵਸਿਆ ਹੋਇਆ। ਅਕਾਲ ਮੂਰਤ, ਕਾਲ ਤੋਂ ਰਹਿਤ। ਕਾਲ ਦਾ ਕੋਈ ਪ੍ਰਭਾਵ ਨਹੀਂ ਹੈ, ਪਰ ਫਿਰ ਵੀ ਹੈ। ਨਿਰਭਉ, ਕਿਸੇ ਦਾ ਭਉ ਨਹੀਂ ਹੈ। ਨਿਰਵੈਰ, ਈਰਖਾ ਤੋਂ ਰਹਿਤ, ਦਵੈਸ਼ ਤੋਂ ਰਹਿਤ। ਔਰ ਸਾਧ ਸੰਗਤ ਜੀ, ਸਾਡੇ ਤੋਂ ਪਹਿਲਾਂ ਵੀ ਕਰੋੜਾਂ ਅਰਬਾਂ ਖਰਬਾਂ ਮਨੁੱਖਾ ਸਰੀਰ ਇਸ ਫਾਨੀ ਸੰਸਾਰ ਵਿੱਚ ਆਏ, ਔਰ ਉਹ ਸੁੱਖ ਨੂੰ ਲੱਭਦੇ ਲੱਭਦੇ ਬੜੇ ਤਰ੍ਹਾਂ ਦੇ ਕਾਰਜ ਆਪਣੇ ਕਰ ਕਰਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ, ਪਰ ਉਹ ਸੁੱਖ ਨਹੀਂ ਪ੍ਰਾਪਤ ਕਰ ਸਕੇ। ਆ ਜੁਨੀ, ਉਹ ਜਨਮ ਦੇਣ ਵਾਲਾ ਹੈ, ਪਰ ਆਪ ਕਿਸੇ ਜੂਨ ਵਿੱਚ ਨਹੀਂ ਆਉਂਦਾ। ਭਾਵ ਕਿ ਕਹਿ ਲਈਏ, ਉਸ ਨੂੰ ਆਪ ਜਨਮ ਲੈਣ ਦੀ, ਪੈਦਾ ਹੋਣ ਦੀ ਜ਼ਰੂਰਤ ਨਹੀਂ ਹੈ। ਉਹ ਤਾਂ ਉਸ ਵੇਲੇ ਤੋਂ ਵੀ ਸੀ, ਜਿਵੇਂ ਮੈਂ ਪਹਿਲਾਂ ਅਰਜ਼ ਕੀਤਾ, ਜਦੋਂ ਕੁਛ ਹੈ ਹੀ ਨਹੀਂ ਸੀ। ਆਦਿ ਸਮੇਂ ਉਹ ਤਾਂ ਸਭ ਨੂੰ ਪੈਦਾ ਕਰਦਾ ਹੈ,
ਉਸ ਨੂੰ ਆਪ ਨੂੰ ਜਨਮ ਲੈਣ ਦੀ ਜ਼ਰੂਰਤ ਨਹੀਂ ਹੈ। ਸਹਿ ਭੰਗ ਆਪਣੇ ਆਪ ਤੋਂ ਹੀ ਹੈ ਔਰ ਸਦਾ ਰਹੇਗਾ। ਗੁਰ ਪ੍ਰਸਾਦ ਕਿ ਦੁਨਿਆਵੀ ਅੱਖ ਨਾਲ ਉਹ ਨਹੀਂ ਦਿਖਦਾ, ਇਹਨਾਂ ਹੱਥਾਂ ਨਾਲ ਅਸੀਂ ਉਸ ਦੇ ਚਰਨਾਂ ਨੂੰ ਛੂਹ ਨਹੀਂ ਸਕਦੇ, ਬਹੁਤ ਬਰੀਕ ਹੈ, ਮਨੁੱਖਾ ਪਕੜ ਤੋਂ ਬਾਹਰ। ਤੇ ਫਿਰ ਮਨੁੱਖ ਕਿਵੇਂ ਪਾ ਸਕਦਾ ਹੈ ਉਸ ਨੂੰ? ਫਿਰ ਆਉਂਦੀ ਹੈ, ਜ਼ਰੂਰਤ ਪੈਂਦੀ ਹੈ ਗੁਰ ਪ੍ਰਸਾਦ, ਉਸ ਗੁਰੂ ਦੀ ਕਿਰਪਾ। ਤੇ ਜਦੋਂ ਉਸ ਗੁਰੂ ਦੀ ਕਿਰਪਾ ਹੁੰਦੀ ਹੈ ਨਾ, ਫਿਰ ਜਿਹੜੀ ਅੰਦਰਲੀ ਅੱਖ ਖੁੱਲ੍ਹਦੀ ਹੈ, ਉਸ ਅੱਖ ਰਾਹੀਂ ਉਸ ਨੂੰ ਦੇਖਿਆ ਜਾ ਸਕਦਾ ਹੈ। ਗੁਰੂ ਪਿਆਰਿਓ, ਬਾਬਾ ਫਰੀਦ ਜੀ ਨੂੰ ਇੱਕ ਵਾਰ ਕਿਸੇ ਨੇ ਪੁੱਛਿਆ ਕਿ ਮੈਂ ਤਾਂ ਕਈ ਸਾਲ ਹੋ ਗਏ ਬੜੀ ਤਪੱਸਿਆ ਕੀਤੀ, ਹਰ ਇੱਕ ਢੰਗ ਪ੍ਰਕਾਰ ਨਾਲ ਮੈਂ ਨਮਾਜ਼ ਅਦਾ ਕੀਤੀ, ਪਰ ਮਿਲਿਆ ਕੁਛ ਨਹੀਂ, ਪ੍ਰਾਪਤ ਕੁਛ ਨਹੀਂ ਹੋਇਆ। ਤੇ ਬਾਬਾ ਜੀ ਨੇ ਆਖਿਆ, ਭਾਈ ਤੇਰੇ ਅੰਦਰ ਕਿਸੇ ਚੀਜ਼ ਦਾ ਮੋਹ ਹੈ, ਤ੍ਰਿਸ਼ਨਾ ਹੈ, ਜੋ ਤੁਹਾਨੂੰ ਉਸ ਨਾਲ ਜੁੜਨ ਨਹੀਂ ਦੇ ਰਹੀ। ਸਾਡੇ ਅੰਦਰ ਹੀ ਕੋਈ ਕਮੀ ਹੁੰਦੀ ਹੈ, ਤੂੰ ਆਪਣੇ ਆਪ ਦੀ ਪੜਚੋਲ ਕਰ, ਦੇਖ ਉਹ ਕਮੀ ਕਿੱਥੇ ਹੈ। ਇਸੇ ਤਰ੍ਹਾਂ ਹੀ ਜਦੋਂ ਗੁਰੂ ਨਾਨਕ ਸਾਹਿਬ ਸੰਸਾਰ ਵਿੱਚ ਆਏ, ਉਹਨਾਂ ਨੇ ਉਸ ਪਰਮਾਤਮਾ ਦੇ ਘਰ ਜਾ ਕੇ ਉਹ ਨਾਮ ਦਾ ਪਿਆਲਾ ਪੀਤਾ ਅਤੇ ਅਕਾਲ ਪੁਰਖ ਨੇ ਉਹਨਾਂ ਨੂੰ ਹੁਕਮ ਕੀਤਾ ਕਿ ਜਾਓ, ਜੋ ਇਹ ਸੰਸਾਰ ਭਟਕ ਚੁੱਕਿਆ ਹੈ, ਇਸ ਵਿੱਚ ਇਹ ਨਾਮ ਦਾ ਪਿਆਲਾ ਵਰਤਾਓ। ਤਾਂ ਗੁਰੂ ਸਾਹਿਬ ਨੇ ਸਾਨੂੰ ਇਹ ਬਾਣੀ, ਜੋ ਅੰਮ੍ਰਿਤ ਰੂਪ ਬਾਣੀ ਕਹਿੰਦੇ ਹਾਂ ਅਸੀਂ, ਉਹ ਸਾਨੂੰ ਦਿੱਤੀ। ਜਪ ਪੁਰਾਤਨ ਸਮਿਆਂ ਵਿੱਚ, ਅੱਜ ਅਸੀਂ ਜਪ ਜੀ ਸਾਹਿਬ ਕਹਿ ਦਿੰਦੇ ਹਾਂ, ਸਾਡੀ ਸ਼ਰਧਾ ਹੈ। ਅਸੀਂ ਆਮ ਵੀ ਕਿਸੇ ਦਾ, ਕਿਸੇ ਵੱਡੇ ਦਾ, ਕਿਸੇ ਦਾ ਵੀ ਸਤਿਕਾਰ ਕਰਦੇ ਹਾਂ ਤਾਂ ਜੀ ਲਾ ਦਿੰਦੇ ਹਾਂ। ਸਤਿਕਾਰ ਵਜੋਂ ਜਪ ਜੀ ਸਾਹਿਬ ਅਸੀਂ ਕਹਿਣ ਲੱਗ ਗਏ। ਪੁਰਾਤਨ ਸਮਿਆਂ ਵਿੱਚ ਇਸ ਦਾ ਨਾਮ ਸੀ ਜਪ ਨਿਸ਼ਾਨ। ਪੁਰਾਣੇ ਸਿੰਘ ਜਪ ਨਿਸ਼ਾਨ ਕਹਿੰਦੇ ਹੁੰਦੇ ਸੀ। ਨਿਸ਼ਾਨ ਦਾ ਅਰਥ ਹੁੰਦਾ ਹੈ ਰਾਹਦਾਰੀ, ਕਿ ਜਿਵੇਂ ਤੁਸੀਂ ਕਿਸੇ ਹੋਰ ਮੁਲਕ ਜਾਣਾ ਹੋਵੇ, ਸਾਨੂੰ ਰਾਹਦਾਰੀ ਦੀ ਜ਼ਰੂਰਤ ਪੈਂਦੀ ਹੈ, ਪਾਸਪੋਰਟ ਜਿਹਨੂੰ ਅਸੀਂ ਕਹਿ ਦਿੰਦੇ ਹਾਂ। ਜੇ ਉਹ ਨਹੀਂ ਹੈ ਤਾਂ ਤੁਸੀਂ ਕਿਤੇ ਸਫ਼ਰ ਨਹੀਂ ਕਰ ਸਕਦੇ, ਮੁਲਕ ਤੋਂ ਬਾਹਰ ਜਾ ਨਹੀਂ ਸਕਦੇ। ਉਸੇ ਤਰ੍ਹਾਂ ਹੀ ਪਰਮਾਤਮਾ ਦੇ ਘਰ ਜਾਣ ਲਈ ਇਹ ਜਪ ਬਾਣੀ ਹੈ, ਜਿਸ ਨੂੰ ਜਪ ਨਿਸ਼ਾਨ ਕਹਿੰਦੇ ਸਨ। ਜਦੋਂ ਅਸੀਂ ਨਿਰੰਤਰ ਨਾਮ ਜਪਦੇ ਹਾਂ, ਜਪਜੀ ਸਾਹਿਬ ਦੀ ਬਾਣੀ ਦਾ ਅਭਿਆਸ ਕਰਦੇ ਹਾਂ, ਤਾਂ ਇੱਕ ਸਮਾਂ ਆ ਜਾਂਦਾ ਹੈ ਕਿ ਫਿਰ ਉਹ ਮਨੁੱਖ ਦੇ ਸਰੀਰ ਦੇ ਜੋ ਵਿਕਾਰ ਹੈ ਉਹ ਦਿਖਦੇ ਨਹੀਂ। ਉਸ ਦੀਆਂ ਅੱਖਾਂ ਵਿੱਚੋਂ, ਉਸ ਦੇ ਸਾਰੇ ਸਰੀਰ ਵਿੱਚੋਂ ਹੀ ਜਪਜੀ ਸਾਹਿਬ ਦੀ ਬਾਣੀ ਦਾ ਜੋ ਰੂਪ ਹੈ ਉਹ ਦਿਸਣ ਲੱਗਦਾ ਹੈ। ਤੇ ਆਪਣੀ ਘਾਲ ਕਰਦਿਆਂ ਕਰਦਿਆਂ ਮਨੁੱਖ ਜਦੋਂ ਇਸ ਸੰਸਾਰ ਤੋਂ ਜਾਂਦਾ ਹੈ ਤਾਂ ਉਸ ਪਰਮਾਤਮਾ ਦੇ ਘਰ ਵਿੱਚ ਫਿਰ ਇਹ ਜਪ ਨਿਸ਼ਾਨ ਰਾਹੀਂ ਦਾਖਲਾ ਹੁੰਦਾ ਹੈ। ਉਸ ਭਟਕੇ ਹੋਏ ਮਨੁੱਖ ਨੂੰ ਦੁਬਾਰਾ ਰਸਤੇ ਤੇ ਪਾਉਣ ਲਈ ਮਹਾਰਾਜ ਨੇ ਸਾਨੂੰ ਇਸ ਬਾਣੀ ਦੇ ਨਾਲ ਜੋੜਿਆ। ਮਨੁੱਖਾ ਜਨਮ ਕਿਉਂ ਹੈ? ਮਨੁੱਖਾ ਜਨਮ ਤਾਂ ਹੈ ਹੀ ਨਾਮ ਜਪਣ ਨੂੰ ਸੀ। ਇਹ ਸਾਨੂੰ ਉਨੀ ਦੇਰ ਪਤਾ ਨਹੀਂ ਲੱਗਦਾ ਹੈ ਜਿੰਨੀ ਦੇਰ ਅਸੀਂ ਉਸ ਰਸਤੇ ਤੇ ਚੱਲਦੇ ਨਹੀਂ। ਇੱਕ ਉਦਾਹਰਣ ਦਿੱਤੀ ਭਗਤ ਕਬੀਰ ਜੀ ਨੇ। ਉਹਨਾਂ ਨੇ ਸੰਖ ਨੂੰ ਪੁੱਛਿਆ, ਸੰਖ ਵਜਾਉਂਦੇ ਨੇ ਨਾ ਜਿਹੜਾ, ਸੰਖ ਨੂੰ ਪੁੱਛਿਆ ਕਿ ਤੂੰ ਹਮੇਸ਼ਾ ਰੋਂਦਾ ਕਿਉਂ ਰਹਿੰਦਾ ਹੈ? ਤਾਂ ਉਹ ਸੰਖ ਕਹਿੰਦਾ
मैं अपने उस एक नालों टुट गया हाँ, ਤਾਂ ही मैं रोंदा रहंदा हाँ। यही हाल मनुख का होया है, वो उस एक नालों टुट गया है। तो फिर करना की पवेगा? उस एक नाल जुड़ना पवेगा। सो उस एक नाल जुड़िया ही ये मनुखा जन्म है, ये सफला हो सकेगा। ये दुनिया की रीत बन चुकी है। ये ना कहो कि एक दिन च ये सारा कुछ होया। ये मनुख दे कई जन्मां का अभ्यास है। ये किते ये नहीं है कि असी एक जन्म तो या थोड़े सालों तो ही गुरु तो दूर होए हाँ। ये कई जन्मां का अभ्यास हुंदा है कि जिद्दां दा असी जीवन जिउ लिया उदां दा असी अगे अगली पीढ़ी नूं, अपने बच्चों नूं, आउण वालियां पीढ़ियां नूं उवें ही अगे उही दुनियावी ज्ञान कि किवें संसार दे विच विचरना है, किवें जीवन जिउणा है, किवें व्यापार करना है, सब कुछ सिखाउने हाँ। पर जदों धर्म के रस्ते की गल आउंदी है, सच है संगत जी, बच्चा कोई सवेरे उठ के गुरु घर जान लग जाए, रोज़ नितनेम करन लग जान, तो अज का समा जो है ज़्यादातर मापे बच्चे नूं उस रास्ते तो रोकते हैं कि किते ज़्यादा ही ना धार्मिक बन जाए, कि बाबिया कोल ना जान लग जाए। तो भालदे फिर असी वो सुख हाँ। बहुत जथेबंदियां बनिया ने, बहुत समाज सुधारक ने, बहुत तरह के कारज कर रहे हैं, पर समाज सुधर फेर नहीं रहा। क्यों? क्योंकि असी निरभव नहीं रहे, निर्वैर नहीं रहे, उस एक नालों टुट चुके हैं। उस एक नाल सानू जुड़ना पवेगा, तद ही ये मनुखा जन्म सफला हो सकेगा। छोटिया छोटिया गल्लां हुंदियां ने, रोजाना जीवन दे विच सानू देखण नूं आउंदियां ने। मान लो असी गुरु घर आउंदे आ, जदों भाई जी अरदास करते ने, फतेह बुलाउंदे ने जां जयकारा छड्डदे ने, एक उदाहरण वजों लै लो कि जे 40-50 शरीर हाजिर ने, किन्ने क शरीर उस जयकारे का फतेह का जवाब पूरी उच्ची बोल के दिंदे हैं? 4-5-7 शरीर। की कारण है? होर कारजां लई तां असीं वध चढ़ के मूहरे आउने हाँ, हिस्सा पाउने हाँ। इंसान ने रीत बनाई हुई है, साल दे विच जी मैं बड़े गुरुद्वारा साहब जाया आउना, जां महीने बाद इत्थे मंदिर जाया आउना, साल च 2 बार 3 बार असीं लंगर भी ला ले, सेवा कर ली। असीं तां जुड़े हुए हैं जी महाराज नाल, गुरु घर नाल, पर सानू प्राप्ति नहीं कुछ हो रही। प्राप्ति का सानू पहला आ जाता है कि सानू प्राप्ति नहीं हो रही। ज्ञानी जी अक्सर क्या करते हैं कि अज के समय में 95-97% जो धार्मिक बंदा है सिरे वाली पौड़ी तो जाके वापस आ जाते हैं। कारण की है? जदों असी पहला ही मन में इच्छा रख ली कि कुछ प्राप्ति करनी है, ये नहीं है कि प्राप्त नहीं हुंदा, प्राप्त हुंदा, महाराज के घरों सब कुछ मिलता है, पर वो फिर उन्ना की प्राप्त होएगा ना जिन्ने के लिए असी जह जा कारज कर रहे हैं। जे रिद्धियां सिद्धियां मगर लगना तो फिर उस उन्ना किताब थोनू वो जे ढंग ना करना पैना, तो फिर उन्नी की प्राप्ति होनी है। पर सिक्खी सिद्धांत है ही नहीं। सारी बाणी दे विच आउंदा है रिद्धियां सिद्धियां तो मगर लगियां फिरदियां ने गुरसिखां दे। अजकल आम तुसी भी सुनिया हो, कई प्रचारक कहते हैं कि मैं तो जी 10 साल हो गए, मैनू 15, मैनू 20 साल हो गए, हर ढंग नाल असी करके देख लिया जी, कुछ नहीं मिलता। ज्ञान है, ज्ञान ले लिया, सवेरे उठो अपना कामकार करो। वो भले मानसो, पहला ही बहुत ज़्यादा बुरा हाल है।
ਇਨਸਾਨ ਤਾਂ ਪਹਿਲਾਂ ਹੀ ਟੁੱਟ ਕੇ ਬਹੁਤ ਭਟਕਿਆ ਫਿਰਦਾ ਹੈ। ਤੁਸੀਂ ਇੱਕ ਆਪਣਾ ਤਜਰਬਾ ਦੁਨੀਆ ਤੇ ਮੜ ਰਹੇ ਹੋ। ਤੁਹਾਡੀ ਸੋਚ ਤਾਂ ਉਹੋ ਜਿਹੀ ਸੀ ਕਿ ਤੁਸੀਂ ਤਾਂ ਆਪ ਸੋਚ ਕੇ ਉਹ ਕਾਰਜ ਕਰ ਰਹੇ ਸੀ ਕਿ ਅਸੀਂ 15 ਸਾਲ ਹੋ ਗਏ, ਅਸੀਂ ਸਾਰੇ ਢੰਗਾਂ ਨਾਲ ਇਹ ਕਰਕੇ ਦੇਖ ਲਿਆ, ਇੱਦਾਂ ਵੀ ਤਪ ਕਰ ਲਿਆ, ਇੱਦਾਂ ਵੀ ਬਾਣੀ ਪੜ੍ਹ ਲਈ ਕਿ ਸਾਨੂੰ ਪ੍ਰਾਪਤ ਕੁਝ ਨਹੀਂ ਹੋਇਆ। ਗੁਰੂ ਸਾਹਿਬ ਤਾਂ ਆਪ ਆਖ ਰਹੇ ਨੇ ਬਾਣੀ ਵਿੱਚ ਕਿ ਜੇ ਮਨ ਵਿੱਚ ਇੱਛਾ ਹੈ, ਇੱਛਾ ਰੱਖ ਕੇ ਕੋਈ ਤੁਸੀਂ ਇਸ ਰਸਤੇ ਤੁਰਦੇ ਹੋ ਤਾਂ ਕੁਛ ਨਹੀਂ ਪ੍ਰਾਪਤ ਹੋਣ ਵਾਲਾ। ਹਾਂ, ਇੱਕ ਇਨਸਾਨ ਦਾ ਮਨ ਰੱਖਣ ਲਈ ਅਸੀਂ ਕਹੀ ਜਾਈਏ ਤਾਂ ਉਹ ਇੱਕ ਵੱਖਰੀ ਗੱਲ ਹੈ। ਕਿਉਂ ਹੁੰਦਾ ਹੈ ਇਹ ਸਭ ਕੁਛ? ਉਸ ਨੂੰ ਬਾਣੀ ਵਿੱਚ ਆਖਿਆ ਗਿਆ ਹੈ ਤ੍ਰਿਸ਼ਨਾ। ਜਿੰਨੀ ਦੇਰ ਅੰਦਰ ਤ੍ਰਿਸ਼ਨਾ ਦੀ ਅੱਗ ਹੈ ਓਨੀ ਦੇਰ ਤੁਸੀਂ ਇਸ ਰਸਤੇ ਤੇ ਪਿਆਰ ਨਾਲ ਨਹੀਂ ਚੱਲ ਸਕਦੇ। ਆਨੰਦ ਸਾਹਿਬ ਦੀ ਬਾਣੀ ਕਹਿੰਦੀ ਹੈ, ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋਂ ਵਿਸਾਰਿਓ। ਮਰਨ ਨੂੰ ਭੁੱਲ ਗਏ। ਫਿਰ ਆਮ ਤੌਰ ਤੇ ਅਸੀਂ ਦੇਖਦੇ ਹਾਂ, ਕੋਈ ਨਾ ਜੀ ਕਰਦੇ ਆ ਸ਼ੁਰੂ। ਮੇਰੇ ਨਾਲ ਖੁਦ ਨਾ ਤਜਰਬਾ ਹੋਇਆ, ਵੱਡਿਆਂ ਦੀ ਛੱਡੋ, ਮੈਨੂੰ ਖੁਦ ਮੇਰੇ ਭਤੀਜੇ ਨੇ ਕਿਹਾ, ਜਦੋਂ ਮੇਰੇ ਤੇ ਅਕਾਲ ਪੁਰਖ ਮਹਾਰਾਜ ਦੀ ਕਿਰਪਾ ਹੋਈ, ਉਹ ਕਹਿੰਦਾ ਚਾਚਾ ਜੀ ਇੰਨੀ ਛੇਤੀ ਕਿ ਸਾਡੀ ਸੋਚ ਬਣ ਚੁੱਕੀ ਹੈ ਕਿ ਪਹਿਲਾਂ ਬਚਪਨਾ, ਫਿਰ ਜਵਾਨੀ, ਫਿਰ ਤੁਹਾਡਾ ਗ੍ਰਸਤ ਜੀਵਨ ਚੱਲ ਪਿਆ, ਫਿਰ ਜਦੋਂ ਜੀ ਬੱਚੇ ਵੱਡੇ ਹੋ ਗਏ ਉਹਨਾਂ ਦਾ ਵਿਆਹ ਕਰਤਾ ਕਿ ਫਿਰ ਨਾਲ ਤਾਂ ਤੁਸੀਂ ਕਹੀ ਜਾਂਦੇ ਹੋ ਕਿ ਸਾਹ ਦਾ ਸਾਨੂੰ ਪਤਾ ਹੀ ਕੁਛ ਨਹੀਂ। ਫਿਰ ਤੁਹਾਡੀ ਕੌਣ ਗਰੰਟੀ ਦੇ ਰਿਹਾ ਕਿ ਉਹ ਉਦੋਂ ਤੱਕ ਸਾਹ ਚੱਲਦੇ ਰਹਿਣੇ ਆ? ਇਹ ਸਗੋਂ ਮੈਂ ਤਾਂ ਇਹ ਸਮਝਦਾ ਆਪਦੇ ਤਜਰਬੇ ਨਾਲ ਕਿ 16-17 ਸਾਲ ਦੀ ਉਮਰ ਤੱਕ ਸਾਨੂੰ ਸਾਡੇ ਇਤਿਹਾਸ ਬਾਰੇ ਔਰ ਜੋ ਸਾਨੂੰ ਗੁਰੂਆਂ ਨੇ ਅੰਮ੍ਰਿਤ ਰੂਪੀ ਬਾਣੀ ਦਿੱਤੀ ਹੈ, ਬਖਸ਼ੀ ਹੈ, ਸਾਨੂੰ ਇਸ ਬਾਰੇ ਪੂਰਾ ਪਤਾ ਹੋਣਾ ਚਾਹੀਦਾ। ਅਸੀਂ ਉਸ ਉਮਰ ਵਿੱਚ ਇਸ ਰਸਤੇ ਤੇ ਚੱਲਦੇ ਹੋਣੇ ਚਾਹੀਦੇ ਹਾਂ, ਜੋ ਕਿ ਅੱਜ ਬਿਲਕੁਲ ਹੀ ਨਹੀਂ ਹੋ ਰਿਹਾ। ਸੋ ਗੁਰੂ ਪਿਆਰਿਓ, ਦੂਜੇ ਤੇ ਇਲਜ਼ਾਮ ਲਾਉਣਾ ਜਾਂ ਕਹਿ ਦੇਣਾ ਆਹ ਕਮੀ ਆ, ਆਮ ਤੌਰ ਤੇ ਅਸੀਂ ਕਹਿ ਦਿੰਦੇ ਹਾਂ, ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਕਿ ਉਹ ਅੰਮ੍ਰਿਤ ਛਕਿਆ ਹੋਇਆ ਉਹ ਬੰਦੇ ਦਾ, ਉਹ ਐਂ ਕਰਦਾ, ਉਹ ਝੂਠ ਬੋਲਦਾ ਹੈ, ਉਹਨਾਂ ਨਾਲੋਂ ਤਾਂ ਅਸੀਂ ਵੀ ਚੰਗੇ ਹਾਂ। ਨਹੀਂ, ਜੇ ਸਾਤੋਂ ਗਲਤੀ ਹੋ ਸਕਦੀ ਹੈ, ਉਹ ਵੀ ਮਨੁੱਖਾ ਸਰੀਰ ਹੈ, ਘੱਟੋ ਘੱਟ ਉਸ ਰਸਤੇ ਤੇ ਚੱਲਿਆ ਤਾਂ ਸਹੀ। ਉਹਨਾਂ ਨੂੰ ਹੌਸਲਾ ਦਿਆ ਕਰੋ। ਮੈਨੂੰ ਪਿੱਛੇ ਜੇ ਇੱਕ ਵੀਰ ਮਿਲਿਆ, ਉਹਨੇ ਖੁਦ ਕਿਹਾ, ਕਹਿੰਦਾ ਜੀ ਚੱਲਣਾ ਸਾਰੇ ਚਾਹੁੰਦੇ ਨੇ ਇਸ ਰਸਤੇ, ਪਰ ਅੰਦਰੋਂ ਉਹ ਹੌਸਲਾ ਨਹੀਂ ਕਰ ਪਾਉਂਦੇ। ਉਹ ਹੌਸਲਾ ਕਿਵੇਂ ਆਉਂਦਾ ਹੈ? ਉਹ ਆਉਂਦਾ ਹੈ ਸੰਗਤ ਨਾਲ, ਉਹਨਾਂ ਗੁਰਮੁਖਾਂ ਦੀ ਸੰਗਤ ਨਾਲ ਜਿਨ੍ਹਾਂ ਦੇ ਅੰਦਰ ਕੁਛ ਹੋਵੇ। ਸੋ ਗੁਰਮੁਖਾਂ ਦੀ ਸੰਗਤ ਕਰਿਆ ਕਰੋ ਭਾਈ, ਜਿੰਨਾ ਵੱਧ ਤੋਂ ਵੱਧ ਸਮਾਂ ਹੋ ਸਕੇ ਓਨਾ ਸਮਾਂ ਕੱਢਿਆ ਕਰੋ। ਔਰ ਨੌਜਵਾਨਾਂ ਨੂੰ ਖਾਸ ਤੌਰ ਤੇ ਅਪੀਲ ਹੈ, ਜਿੰਨਾ ਚਿਰ ਅਸੀਂ ਆਪ ਇਸ ਰਸਤੇ ਤੇ ਚੱਲਦੇ ਨਹੀਂ ਨਾ, ਓਨਾ ਚਿਰ ਕੋਈ ਸੁਧਾਰ ਨਹੀਂ ਹੋ ਸਕਦਾ। ਜੇ ਸੁਧਾਰ ਕਰਨਾ ਚਾਹੁੰਦੇ ਹਾਂ, ਪਹਿਲਾਂ ਆਪ ਚੱਲੋ। ਅੱਜ ਅਸੀਂ ਕਈ ਚੀਜ਼ਾਂ ਨੂੰ ਕਹਿ ਦਿੰਦੇ ਹਾਂ, ਸ਼੍ਰੋਮਣੀ ਕਮੇਟੀ ਮਾੜੀ ਹੈ ਜੀ, ਨਹੀਂ, ਕੁਛ ਇਨਸਾਨ ਹੋ ਸਕਦੇ ਨੇ, ਪਰ ਉਹ ਸਾਰਾ ਵੀ ਕਿਵੇਂ ਚੰਗਾ ਹੋਊਗਾ? ਆਓ ਨਾ, ਤੁਸੀਂ ਅੱਗੇ ਆਓ, ਆਪ ਗੁਰੂ ਵਾਲੇ ਦੇ ਰਸਤੇ ਤੇ ਚੱਲੋ, ਗੁਰੂ ਵਾਲੇ ਬਣੋ, ਗੁਰਮੁਖਾਂ ਦੇ ਚਰਨਾਂ ਦੀ ਸੰਗਤ ਕਰੋ, ਕੁਛ ਪ੍ਰਾਪਤ ਕਰੋ ਤੇ ਆਪ ਤੁਸੀਂ ਅੱਗੇ ਆਓ। ਜਦੋਂ ਆਪਾਂ ਸਾਰੇ ਉਸ ਰਸਤੇ ਤੇ ਚੱਲਾਂਗੇ, ਜਿਹੜੇ ਅੱਜ ਬਾਣੇ ਪਾਈ ਸਾਡੇ ਵਿੱਚ ਬੜੇ ਹੋਏ ਆ, ਸਾਨੂੰ ਪਤਾ ਨਹੀਂ ਲੱਗਦਾ, ਉਹਨਾਂ ਨੇ ਆਪਣੇ ਆਪ ਹੀ ਚਲੇ ਜਾਣਾ। ਜੇ ਅਸੀਂ ਘਰੇ ਬੈਠੇ ਹੀ ਗੱਲਾਂ ਕਰੀ ਜਾਣੀਆਂ ਨੇ, ਮਾੜਾ ਚੰਗਾ ਕਹੀ ਜਾਣਾ, ਕਰਨਾ ਆਪ ਕੁਛ ਨਹੀਂ, ਫੇਰ ਨਹੀਂ ਹੱਲ ਹੋਣਾ ਹੈ।
ਸੋ ਆਪਾਂ ਵਾਪਸ ਆਉਂਦੇ ਹਾਂ। ਜਪ ਨਿਸ਼ਾਨ। ਸੋ ਉਸ ਵੇਲੇ ਪੁਰਾਤਨ ਸਮੇਂ ਵਿੱਚ ਜਪਜੀ ਸਾਹਿਬ ਨੂੰ ਜਪ ਨਿਸ਼ਾਨ ਕਹਿੰਦੇ ਸਨ। ਜਦੋਂ ਮਨੁੱਖਾ ਸਰੀਰ ਨਿਰੰਤਰ ਜਾਪ ਕਰਦਾ ਹੈ ਤਾਂ ਉਹਦੇ ਸਰੀਰ ਤੇ ਫਿਰ ਇਹ ਨਿਸ਼ਾਨ ਬਣ ਜਾਂਦਾ ਹੈ ਜਪਜੀ ਸਾਹਿਬ ਦਾ। ਸਰੀਰ ਦੇ ਹਰ ਅੰਗ ਵਿੱਚੋਂ, ਸਾਰੇ ਸਰੀਰ ਵਿੱਚੋਂ ਹੀ ਉਸ ਜਪਜੀ ਸਾਹਿਬ ਦੀਆਂ ਮਹਿਕਾਂ ਆਉਂਦੀਆਂ ਨੇ ਔਰ ਪਰਮਾਤਮਾ ਦੇ ਘਰ ਦੇ ਵਿੱਚ ਦਾਖਲਾ ਹੁੰਦਾ ਹੈ। ਸੋ ਗੁਰੂ ਪਿਆਰਿਓ, ਸਾਨੂੰ ਕੁਝ ਨਾ ਕੁਝ ਇਕੱਠੇ ਹੋ ਕੇ ਕਾਰਜ ਕਰਨੇ ਪੈਣੇ ਨੇ। ਜਿਵੇਂ ਗਿਆਨੀ ਜੀ ਨੇ ਕਾਰਜ ਚਲਾਇਆ ਹੋਇਆ ਹੈ ਨਾ, ਜੋ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਜੋ 13 ਪੋਹ ਨੂੰ ਹੈ, ਅਸੀਂ ਉਹ ਇਕੱਲਾ ਉਦੋਂ ਹੀ ਉਹਨਾਂ ਨੂੰ ਕਿਉਂ ਯਾਦ ਕਰਨਾ ਹੈ? ਹਰ ਮਹੀਨੇ ਦੀ ਦੇਸੀ ਤਰੀਕ ਨੂੰ ਜੋ ਇਹ ਕਾਰਜ ਚਲਾਇਆ ਹੈ ਗਿਆਨੀ ਜੀ ਨੇ, ਸਾਰਾ ਮਹੀਨਾ ਚੌਪਈ ਸਾਹਿਬ ਦੇ ਜਾਪ ਚੱਲਦੇ ਨੇ ਔਰ ਹਰ ਮਹੀਨੇ ਦੀ ਦੇਸੀ 13 ਤਰੀਕ ਹੈ ਜਿਹੜੀ, ਉਦੋਂ ਆ ਕੇ ਉਹ ਫਿਰ ਭੋਗ ਪਾਏ ਜਾਂਦੇ ਨੇ। ਜੇ ਅਸੀਂ ਹਰ ਮਹੀਨੇ ਯਾਦ ਕਰਾਂਗੇ, ਮਤਲਬ ਉਹਦਾ ਕੀ ਨਿਕਲੇਗਾ ਕਿ ਅਸੀਂ ਉਸ ਦੇ ਨਾਲ, ਉਸ ਚੀਜ਼ ਦੇ ਨਾਲ ਜੁੜੇ ਹੋਏ ਹਾਂ। ਸਾਡੇ ਅੰਦਰ ਉਹ ਯਾਦ ਸਦੀਵੀ ਤਾਜ਼ਾ ਰਹੇਗੀ। ਪਹਿਲੇ ਜਾਮੇ ਤੋਂ ਲੈ ਕੇ 10 ਜਾਮੇ ਤੱਕ ਇੰਨੇ ਸਾਲ, ਲਗਭਗ 239 ਸਾਲ ਲੱਗ ਗਏ। ਉਹਦਾ ਕੋਈ ਕਾਰਨ ਹੋਏਗਾ ਨਾ। ਦਸਾਂ ਪਾਤਸ਼ਾਹੀਆਂ ਨੇ, ਉਹਨਾਂ ਦਾ ਇਤਿਹਾਸ ਦੇਖੋ, ਗੁਰੂ ਸਾਹਿਬ ਦਾ ਜੀਵਨ ਕਾਲ, ਕੋਈ ਕਮੀ ਨਹੀਂ ਛੱਡੀ ਗੁਰੂ ਸਾਹਿਬ ਨੇ ਕਿ ਤੁਹਾਡਾ ਮਨੁੱਖਾ ਜਨਮ ਹੈ, ਇਹ ਤੁਹਾਨੂੰ ਦੇਹੀ ਬਖਸ਼ੀ ਹੈ ਅਕਾਲ ਪੁਰਖ ਨੇ ਕਿ ਤੁਸੀਂ ਕਿਸ ਤਰ੍ਹਾਂ ਦਾ ਜੀਵਨ ਜਿਉਣਾ ਹੈ, ਕਿਸ ਤਰ੍ਹਾਂ ਦਾ ਜਿਉਣਾ ਚਾਹੀਦਾ ਹੈ, ਕਿਸ ਤਰ੍ਹਾਂ ਦਾ ਨਹੀਂ। ਜੰਗਾਂ ਵੀ ਲੜੀਆਂ ਗੁਰੂ ਸਾਹਿਬ ਨੇ, ਕੋਈ ਗੁਰੂ ਸਾਹਿਬ ਦਾ ਮਨ ਨਹੀਂ ਕਰਦਾ ਸੀ ਕਿ ਜੰਗਾਂ ਲੜਨੀਆਂ ਨੇ। ਇਤਿਹਾਸ ਨੂੰ ਅਸੀਂ ਜੇ ਦੇਖੀਏ ਤਾਂ ਗੁਰੂ ਸਾਹਿਬ ਨੇ ਹਮੇਸ਼ਾ ਇਹ ਚੀਜ਼ ਅੱਗੇ ਰੱਖੀ ਹੈ ਕਿ ਹੰਕਾਰ ਦੇ ਨਾਲ, ਕਿ ਜਿਸ ਨਾਲ ਵੀ ਉਹ ਜੰਗ ਲੜ ਰਹੇ ਨੇ, ਅੱਗੇ ਹੰਕਾਰ ਹੈ। ਉਹ ਕੋਈ ਸਰੀਰ ਪੱਖੀ ਨਹੀਂ ਉਹ ਲੜੇ, ਨਾ ਕਦੇ ਉਹ ਜ਼ਮੀਨ ਖਾਤਰ ਜੰਗ ਹੋਈ ਹੈ ਉਹਨਾਂ ਦੀ, ਨਾ ਕੋਈ ਜਾਇਦਾਦ ਖਾਤਰ ਜੰਗ ਹੋਈ ਹੈ। ਸਾਨੂੰ ਪੜ੍ਹਨਾ ਪਵੇਗਾ, ਦੇਖਣਾ ਪਵੇਗਾ, ਇਹਦੀ ਜਾਂਚ ਲੈਣੀ ਪਵੇਗੀ, ਨਹੀਂ ਤਾਂ ਅਸੀਂ ਬਹੁਤ ਪਿੱਛੇ ਰਹਿ ਜਾਵਾਂਗੇ ਗੁਰੂ ਪਿਆਰਿਓ। ਮੈਨੂੰ ਕਈ ਸਾਲ ਹੋ ਗਏ, ਬੇਟ ਦਾ ਏਰੀਆ ਹੀ ਹੈ, ਉੱਧਰ ਮੈਂ ਗਿਆ, ਕਿਸੇ ਨੇ, ਉਹ ਆਪਣੇ ਖੇਤ ਦੇ ਵਿੱਚ ਹੀ ਰਹਿੰਦੇ ਸਨ, ਉਹਨਾਂ ਨੇ ਆਪਣਾ ਉੱਥੇ ਘਰ ਬਣਾਇਆ ਸੀ, 24 ਘੰਟੇ ਉੱਥੇ ਬਾਣੀ ਚੱਲਦੀ ਸੀ, ਮਹਾਰਾਜ ਦਾ ਪ੍ਰਕਾਸ਼ ਸੀ। ਬੜੀ ਸੋਹਣੀ ਗੱਲ ਆਖੀ, ਕਹਿੰਦੇ ਜੀ ਭਾਈ ਸਾਹਿਬ ਨੂੰ ਕਿਹਾ ਹੋਇਆ ਕਿ ਬਾਣੀ ਜਿੰਨੀ ਪੜ੍ਹਨੀ ਆ ਬੋਲ ਕੇ ਪੜ੍ਹਨੀ ਹੈ, ਉਹਦਾ ਅਸਰ ਵੀ ਜ਼ਿਆਦਾ ਹੁੰਦਾ ਹੈ। ਸਮਾਂ ਭਾਵੇਂ ਲੱਗ ਜਾਵੇ, 2 ਦੀ ਥਾਂ ਤੇ ਭਾਵੇਂ 4 ਦਿਨ ਲੱਗ ਜਾਣ, ਕੋਈ ਗੱਲ ਨਹੀਂ, ਪਰ ਪਿਆਰ ਨਾਲ, ਸਤਿਕਾਰ ਨਾਲ, ਸਮਝ ਕੇ। ਗੱਲ ਕੀ ਹੈ? ਗੁਰੂ ਨਾਲ ਪਿਆਰ ਦੀ ਗੱਲ ਹੈ। 10ਵੇਂ ਪਾਤਸ਼ਾਹ ਤਾਂ ਆਪ ਕਹਿੰਦੇ ਨੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉਸ ਦੇ ਪ੍ਰੇਮ ਦੇ ਵਿੱਚ ਭਿੱਜ ਕੇ, ਫਿਰ ਚਾਹੇ ਹਨੇਰੀਆਂ ਆਉਣ, ਚਾਹੇ ਝੱਖੜ ਝੁੱਲਣ, ਪ੍ਰੇਮ ਵਿੱਚ ਭਿੱਜ ਕੇ ਜਿੰਨਾ ਚਿਰ ਅਸੀਂ ਇਸ ਰਾਹ ਤੇ ਨਹੀਂ ਤੁਰਦੇ, ਉਹਨਾਂ ਚਿਰ ਕੁਝ ਨਹੀਂ ਪ੍ਰਾਪਤ ਹੋਣ ਵਾਲਾ। ਸੋ ਉਹਨਾਂ ਨੇ ਇੱਕ ਗੱਲ ਕਹੀ, ਕਹਿੰਦੇ ਜੀ ਜਿੰਨੀ ਬਾਣੀ ਪੰਜਾਬ ਦੀ ਧਰਤੀ ਤੇ ਪੜ੍ਹੀ ਜਾ ਰਹੀ ਹੈ, ਜੇ ਇਹ ਬਾਣੀ ਸਾਰੀ ਦੀ ਸਾਰੀ ਸ਼ੁੱਧ ਪੜ੍ਹੀ ਜਾਵੇ ਤਾਂ ਪੰਜਾਬ ਦਾ ਵੈਸੇ ਹੀ ਨਹੀਂ ਕੁਝ ਵਿਗੜ ਸਕਦਾ, ਨਾ ਕੋਈ ਵਿਗਾੜ ਸਕਦਾ। ਦੇਖੋ ਤੁਸੀਂ, ਪਿਆਰ ਦੀ ਗੱਲ ਹੈ ਮਹਾਰਾਜ ਨਾਲ, ਵਿਸ਼ਵਾਸ, ਇੰਨਾ ਵਿਸ਼ਵਾਸ ਹੈ। ਸਾਡਾ ਵਿਸ਼ਵਾਸ ਥੋੜ੍ਹੀ ਜਿਹੀ ਗੱਲ ਤੇ ਟੁੱਟ ਜਾਂਦਾ ਹੈ, ਨਹੀਂ। ਪਿਆਰ ਜੇ ਮਹਾਰਾਜ ਨਾਲ ਹੈ
ਤੁਸੀਂ ਆਪਦਾ ਨਾਮ ਜਪੋ, ਅਭਿਆਸ ਕਰੋ, ਗੁਰੂ ਦੇ ਚਰਨਾਂ 'ਚ ਅਰਦਾਸ ਕਰੋ। ਹਾਂ, ਗੁਰੂ ਮੰਨ ਗਿਆ ਠੀਕ ਹੈ, ਨਹੀਂ ਤਾਂ ਫੇਰ ਲੱਗ ਜਾਓ। ਇਹ ਨਹੀਂ ਹੈ ਕਿ ਕੋਈ ਅਸੀਂ ਅਰਦਾਸ ਕੀਤੀ ਤੇ ਸਾਡਾ ਕੋਈ ਕੰਮ ਨਹੀਂ ਹੋਇਆ ਤਾਂ ਅਸੀਂ ਜਦ ਹੀ ਗੁਰੂ ਨਾਲੋਂ ਟੁੱਟ ਗਏ ਜੀ। ਨਹੀਂ, ਇਹ ਮੈਂ ਤਾਂ ਇਹ ਸਮਝਦਾ ਇਹਦੇ ਵਿੱਚ ਆਮ ਲੋਕਾਈ ਦਾ ਜ਼ਿਆਦਾ ਕਸੂਰ ਨਹੀਂ ਹੈ। ਇਹ ਜਿਹੜੇ ਵਿਰੋਧਤਾ ਕਰਨ ਵਾਲੇ ਹੁੰਦੇ ਨੇ ਨਾ, ਇਹ ਗੁਰੂ ਸਾਹਿਬ ਦੇ ਸਮੇਂ ਤੋਂ ਹੀ ਆ, ਪਹਿਲਾਂ ਤੋਂ ਵੀ ਸੀਗੇ। ਇਹ ਬੜੀਆਂ ਸੋਚੀਆਂ ਸਮਝੀਆਂ ਗਿਣੀਆਂ ਮਿਣੀਆਂ ਸਾਜ਼ਿਸ਼ਾਂ ਨੇ ਕਿ ਕਿਵੇਂ ਤੁਹਾਨੂੰ ਗੁਰੂ ਨਾਲੋਂ ਦੂਰ ਕੀਤਾ ਜਾਵੇ। ਸਾਨੂੰ ਇਹਨਾਂ ਚੀਜ਼ਾਂ ਨੂੰ ਸਮਝਣਾ ਪੈਣਾ। ਪਹਿਲਾਂ ਤਾਂ ਅਸੀਂ ਕਹਿ ਦਿੰਦੇ ਸੀ ਕਿ ਸਾਡੇ ਕੋਲੇ ਸਾਧਨ ਨਹੀਂ ਸੀ, ਸਾਡੇ ਕੋਲੇ ਉਹ ਸਹੀ ਗੱਲਾਂ ਸਹੀ ਖਬਰ ਪਹੁੰਚਦੀ ਨਹੀਂ ਸੀ ਆਮ ਇਨਸਾਨ ਤੱਕ, ਪਿੰਡਾਂ ਤੱਕ। ਹੁਣ ਤਾਂ ਸਾਡੇ ਕੋਲੇ ਸਾਰਾ ਕੁਝ ਹੈ। ਇਸ ਯੁੱਗ ਵਿੱਚ ਤਾਂ ਸੋਸ਼ਲ ਮੀਡੀਆ ਤੋਂ ਜੇ ਅਸੀਂ ਉਹਨੂੰ ਸਹੀ ਢੰਗ ਨਾਲ ਵਰਤੋਂ ਵਿੱਚ ਲਿਆਈਏ ਤਾਂ ਸਭ ਕੁਝ ਸਹੀ ਹੋ ਸਕਦਾ। ਮੰਨਣੀ ਪੈਣੀ ਹੈ ਇਹ ਗੱਲ ਕਿ ਇਸ ਤੇ ਬਹੁਤ ਵਿਰੋਧੀਆਂ ਨੇ ਕਾਰਜ ਕੀਤਾ ਹੈ ਤੁਹਾਨੂੰ ਗੁਰੂ ਨਾਲੋਂ ਤੋੜਨ ਲਈ, ਪਰ ਜਦੋਂ ਸਾਨੂੰ ਸਮਝ ਲੱਗ ਗਈ ਤੇ ਹੁਣ ਤਾਂ ਅਸੀਂ ਗੁਰੂ ਨਾਲ ਜੁੜ ਸਕਦੇ ਆ ਨਾ। ਔਰ ਜੇ ਆਪਣੇ ਅੰਦਰ ਕੁਝ ਗੁਰੂ ਨੇ ਬਖਸ਼ਿਸ਼ ਕਰ ਦਿੱਤੀ ਸਾਡੇ ਤੇ, ਗੁਰੂ ਵਾਲੇ ਰਸਤੇ ਤੇ ਚੱਲਦਿਆਂ ਚੱਲਦਿਆਂ, ਤੇ ਉਹ ਲੋਕਾਈ ਨਾਲ ਜ਼ਰੂਰ ਸਾਂਝੀ ਕਰੋ ਔਰ ਹੋਰਾਂ ਨੂੰ ਵੀ ਪ੍ਰੇਰਨਾ ਦਿਓ ਕਿ ਉਹ ਵੀ ਇਸ ਰਸਤੇ ਤੇ ਚੱਲਣ। ਸੋ ਸੰਗਤ ਜੀ, ਸਾਰੀ ਬਾਣੀ ਤੇ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਬਾਰ-ਬਾਰ ਇੱਕੋ ਹੀ ਹੱਲ ਦੱਸਿਆ ਹੈ, ਨਾਮ ਜਪਣਾ, ਅਭਿਆਸ ਕਰਨਾ। ਜਿੰਨਾ ਅਸੀਂ ਨਾਮ ਜਪਾਂਗੇ, ਅਭਿਆਸ ਕਰਾਂਗੇ, ਤੁਸੀਂ ਯਕੀਨ ਕਰਿਓ, ਪਰ ਮਨ ਵਿੱਚ ਕੋਈ ਇੱਛਾ ਨਹੀਂ ਰੱਖਣੀ। ਸਗੋਂ ਇਹ ਅਰਦਾਸ ਕਰਿਆ ਕਰੋ ਕਿ ਹੇ ਵਾਹਿਗੁਰੂ, ਪਹਿਲਾਂ ਭਟਕੇ ਹੋਏ ਸੀ, ਬਹੁਤ ਭਟਕ ਲਏ, ਹੋਰ ਨਾ ਭਟਕਣ ਦੇਈਂ ਸਾਨੂੰ। ਆਪਦੇ ਚਰਨੀ ਲਾਈ ਰੱਖ ਕਿ ਜਦੋਂ ਤੁਹਾਡੀ ਬਖਸ਼ੀ ਸਵਾਸਾਂ ਦੀ ਪੂੰਜੀ ਪੂਰੀ ਕਰਕੇ ਇਹ ਸੰਸਾਰ ਛੱਡ ਕੇ ਜਾਈਏ ਤਾਂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਸਾਡੀ ਹਾਜ਼ਰੀ ਲੱਗ ਸਕੇ। ਜਦੋਂ ਅਸੀਂ ਇਹ ਸੋਚ ਰੱਖ ਕੇ ਮਹਾਰਾਜ ਦੇ ਨਾਲ ਜੁੜਾਂਗੇ, ਨਾਮ ਜਪਾਂਗੇ, ਤਾਂ ਮਹਾਰਾਜ ਹਮੇਸ਼ਾ ਤੁਹਾਡੇ ਸਹਾਈ ਹੋਣਗੇ। ਉਹ ਤਾਂ ਹੈ ਹੀ ਹਮੇਸ਼ਾ ਸਾਡੇ ਕੋਲੇ, ਸਾਤੋਂ ਕਦੇ ਦੂਰ ਤਾਂ ਹੈ ਹੀ ਨਹੀਂ। ਅਸੀਂ ਖੁਦ ਦੂਰ ਹੋਏ ਹਾਂ। ਸੋ ਬੜਾ ਸੋਹਣਾ ਲੱਗਿਆ, ਨਗਰ ਕੌਂਸਲਾਂ ਦੇ ਨੌਜਵਾਨ ਸਾਰੇ ਇਕੱਠੇ ਹੁੰਦੇ ਨੇ ਔਰ ਤੁਸੀਂ ਇਹ ਕਾਰਜ ਕਰ ਰਹੇ ਹੋ। ਇੱਦਾਂ ਹੀ ਹੌਲੀ ਹੌਲੀ ਚੱਲਦਾ ਚੱਲਦਾ ਕਾਰਜ ਆਪਣੇ ਆਪ ਹੀ ਵੱਡਾ ਰੂਪ ਲੈ ਲੈਂਦਾ ਹੈ। ਸੋ ਮਹਾਰਾਜ ਕਿਰਪਾ ਕਰਨ, ਹਰ ਮਹੀਨੇ ਇੱਦਾਂ ਹੀ ਜੁੜਿਆ ਕਰੋ। ਤੇ ਮੈਂ ਅਪੀਲ ਕਰਦਾ ਹਾਂ, ਸਾਡੇ ਪੰਜਾਬ ਦੇ ਵਿੱਚ 12,500 ਤੋਂ ਵੱਧ ਪਿੰਡ ਨੇ ਲਗਭਗ। ਜੇ ਹਰ ਇੱਕ ਪਿੰਡ ਦੇ ਵਿੱਚੋਂ ਇੱਕ ਨੌਜਵਾਨ ਬੱਚਾ ਜਾਂ ਬੱਚੀ, ਸਿੰਘ ਆ ਸਿੰਘਣੀ ਆ, ਸਿਰਫ ਇੱਕ ਜਾਣਾ ਪੂਰਨ ਤੌਰ ਤੇ ਗੁਰੂ ਨੂੰ ਸਮਰਪਿਤ ਹੋ ਕੇ ਤੁਸੀਂ ਇਕੱਠੇ ਹੋ ਜਾਓ, ਤੇ ਇਹਦੇ ਵਿੱਚ 100% ਮੈਂ ਯਕੀਨੀ ਨਾਲ ਕਹਿ ਸਕਦਾ ਕਿ ਗੁਰੂ ਸਾਹਿਬ ਤੁਹਾਡੇ ਤੇ ਕਿਰਪਾ ਕਰਨਗੇ। ਕੋਈ ਤੁਹਾਨੂੰ ਰੋਕ ਨਹੀਂ ਸਕੇਗਾ ਜੇ ਤੁਸੀਂ ਸੁਧਾਰ ਕਰਨਾ ਹੀ ਚਾਹੁੰਦੇ ਹੋ। ਕਮੀ ਆਉਂਦੀ ਹੈ ਸੰਗਤ ਦੀ, ਬਸ। ਉਹ ਜਦੋਂ ਅਸੀਂ ਇਕੱਠੇ ਹੋ ਗਏ, ਜੱਥੇ ਬਣਾਓ, ਜੱਥੇ ਬਣਾ ਕੇ ਤੁਸੀਂ ਇਕੱਠੇ ਹੋਇਆ ਕਰੋ ਸਵੇਰੇ ਸ਼ਾਮ, ਮਹੀਨੇ ਬਾਅਦ ਜਾਂ ਹਫ਼ਤੇ ਬਾਅਦ ਆਪਣਾ ਤੁਸੀਂ ਸਮਾਂ ਰੱਖ ਲਿਆ, ਇਕੱਠੇ ਹੋ ਕੇ ਗੁਰੂ ਦਾ ਨਾਮ ਜਪਿਆ ਔਰ ਕੋਈ ਵਿਚਾਰਾਂ ਸਾਂਝੀਆਂ ਕੀਤੀਆਂ। ਇਸੇ ਤਰ੍ਹਾਂ ਹੀ ਤੁਸੀਂ ਮੰਨੋ ਕਿ ਜਦੋਂ 12,500 ਪਿੰਡ ਦੇ ਵਿੱਚੋਂ ਸਾਰੇ ਨੌਜਵਾਨ ਇਕੱਠੇ ਹੋਏ ਨੇ ਤੇ ਉਹਨਾਂ ਦਾ ਆਪਸ ਦੇ ਵਿੱਚ ਤਾਲਮੇਲ ਵਧੀਆ ਬਣਿਆ ਹੋਇਆ ਹੈ। ਜੋ ਖਾਮੀਆਂ ਨੇ ਅਸੀਂ ਉਹ ਸੰਗਤ ਦੇ ਵਿੱਚ ਜਾ ਕੇ ਵਿਚਾਰਾਂਗੇ, ਤੇ ਜੋ ਕਾਰਜ ਕਰਨ ਵਾਲੇ ਨੇ ਉਹ ਅਸੀਂ ਕਰਾਂਗੇ।
ਤਾਂ ਗੁਰੂ ਸਾਹਿਬ ਸਾਨੂੰ ਫਤਿਹ ਬਖਸ਼ਣਗੇ। ਸੋ ਸੰਗਤ ਜੀ, ਇਹੀ ਅਰਦਾਸ ਹੈ ਮਹਾਰਾਜ ਦੇ ਚਰਨਾਂ ਵਿੱਚ, ਜੋ ਅਕਾਲ ਪੁਰਖ ਵਾਹਿਗੁਰੂ ਜੀ ਨੇ ਇਹ ਸਮਾਂ ਬਖਸ਼ਿਆ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਹਾਜ਼ਰੀ ਭਰਨ ਲਈ। ਅਨੇਕਾਂ ਭੁੱਲਾਂ ਹੋ ਜਾਂਦੀਆਂ ਨੇ, ਸੋ ਸਤਿਗੁਰੂ ਜੀ ਆਪ ਸਹਾਈ ਹੋਣ। ਔਰ ਸਾਰੇ ਨੌਜਵਾਨਾਂ ਦੇ ਇਸ ਨਗਰ ਦੇ ਚਰਨਾਂ ਵਿੱਚ ਜ਼ਰੂਰ ਬੇਨਤੀ ਹੈ ਕਿ ਵੱਧ ਚੜ੍ਹ ਕੇ ਆਇਆ ਕਰੋ। ਕੋਈ ਨਾ, ਜੇ ਕਿਸੇ ਨੇ ਹਲੇ ਅੰਮ੍ਰਿਤ ਨਹੀਂ ਛਕਿਆ ਜਾਂ ਕਿਸੇ ਤੋਂ ਕੋਈ ਗਲਤੀ ਹੋ ਜਾਂਦੀ ਹੈ, ਕੋਈ ਗੱਲ ਨਹੀਂ। ਵੱਡਿਆਂ ਨੂੰ, ਬਜ਼ੁਰਗਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਉਹਨਾਂ ਨੂੰ ਹੌਸਲਾ ਦਿਆ ਕਰੋ। ਸਮਾਂ ਲੱਗਦਾ ਹੁੰਦਾ, ਜੇ ਅਸੀਂ ਦੂਰ ਹੋਏ ਹਾਂ ਤਾਂ ਕੋਈ ਗੱਲ ਨਹੀਂ, ਜੁੜਨ ਨੂੰ ਵੀ ਥੋੜ੍ਹਾ ਸਮਾਂ ਲੱਗ ਜਾਂਦਾ, ਕੋਈ ਗੱਲ ਨਹੀਂ, ਪਰ ਉਸ ਰਸਤੇ 'ਤੇ ਚੱਲੀਏ। ਸੋ ਸਤਿਗੁਰੂ ਜੀ ਕਿਰਪਾ ਕਰਨ, ਆਪਣਾ ਓਟ ਆਸਰਾ ਸਦਾ ਹੀ ਇਸ ਨਗਰ ਵਾਸੀਆਂ ਦੇ ਸਿਰ 'ਤੇ ਬਣਾਈ ਰੱਖਣ। ਇੱਦਾਂ ਹੀ ਸੰਗਤ ਜੁੜ ਕੇ ਗੁਰੂ ਮਹਾਰਾਜ ਤੋਂ ਬਖਸ਼ਿਸ਼ਾਂ ਪ੍ਰਾਪਤ ਕਰਨ। ਸੋ ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ, ਸੰਗਤ ਬਖਸ਼ਣ ਯੋਗ ਹੈ। ਸਤਿਗੁਰੂ ਕਿਰਪਾ ਕਰਨ, ਆਪਾਂ 2 ਮਿੰਟ ਵਾਹਿਗੁਰੂ ਨਾਮ ਦਾ ਜਾਪ ਕਰਾਂਗੇ। ਸੋ ਉਸ ਤੋਂ ਬਾਅਦ ਮੈਂ ਆਗਿਆ ਲਵਾਂਗਾ। ਸਾਰੀ ਸੰਗਤ ਇੱਕ ਰਸ ਹੋ ਕੇ ਕਿਰਪਾ ਕਰਿਓ ਜੀ, ਕੋਈ ਰਸਨਾ ਵਾਂਝੀ ਨਾ ਰਹੇ। ਵਾਹਿਗੁਰੂ 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 ਇੱਕ ਸਕਿੰਟ ਲਈ ਰੁਕਾਂਗਾ ਮੈਂ, ਮਾफ़ ਕਰਨਾ। ਹੁਣ ਦੇਖੋ, ਮੈਂ ਪਹਿਲਾਂ ਵੀ ਅਰਜ਼ ਕੀਤਾ ਸੀ ਨਾ, ਕਿੰਨੇ ਸਰੀਰ ਆਪਾਂ ਬੈਠੇ ਹਾਂ ਤੇ ਕਿੰਨੀ ਆਵਾਜ਼ ਆਉਣੀ ਚਾਹੀਦੀ ਹੈ ਗੁਰੂ ਦੇ ਪਿਆਰ ਵਿੱਚ ਭਿੱਜ ਕੇ। ਕਿਸ ਚੀਜ਼ ਦੀ ਸੰਗ ਹੈ ਸਾਨੂੰ? ਨਹੀਂ, ਇਹ ਨਹੀਂ ਕਰਨਾ। ਤਾਂ ਹੀ ਤਾਂ ਜੇ ਅਸੀਂ ਅੱਗੇ ਨਹੀਂ ਵੱਧ ਰਹੇ, ਤਾਂ ਹੀ ਤਾਂ ਅੱਜ ਗੱਲਾਂ ਹੁੰਦੀਆਂ ਨੇ। ਕਿਸਾਨੀ ਮੋਰਚਾ ਲੱਗਿਆ ਨਾ, ਇੱਕ ਪਾਸੇ ਤਾਂ ਗੱਲਾਂ ਹੋ ਰਹੀਆਂ ਨੇ ਕਿ ਅਕਾਲ ਪੁਰਖ ਦੀ ਹੀ ਕਲਾ ਵਰਤ ਰਹੀ ਹੈ, ਔਰ ਵਰਤ ਵੀ ਉਹਦੀ ਕਲਾ ਹੀ ਰਹੀ ਹੈ। ਤੇ ਨਾਲ ਇਹ ਵੀ ਸੁਣਨ ਨੂੰ ਆਇਆ ਕਿ ਕਹਿੰਦੇ ਨੇ ਕਿ ਬੋਲੇ ਸੋ ਨਿਹਾਲ ਦਾ ਜੈਕਾਰਾ ਨਾ ਛੱਡੋ। ਭਲਿਓ ਮਾਨਸੋ, ਕੀ ਹੈ ਬੋਲੇ ਸੋ ਨਿਹਾਲ? ਜਿਹੜਾ ਬੋਲਦਾ ਉਹ ਨਿਹਾਲ ਹੋ ਜਾਂਦਾ। ਕੀ ਬੋਲਦਾ? ਸਤ ਸ਼੍ਰੀ ਅਕਾਲ। ਸਤ ਸਦਾ ਰਹਿਣ ਵਾਲਾ ਸੱਚਾ, ਸ਼੍ਰੀ ਇਹ ਸਾਰੀ ਸ੍ਰਿਸ਼ਟੀ ਨੂੰ ਸਾਜਣ ਵਾਲਾ ਕੌਣ? ਅਕਾਲ। ਕਿ ਅਸੀਂ ਅਕਾਲ ਦਾ ਨਾਮ ਜਪਣਾ, ਉਹਦੇ ਨਾਮ ਦਾ ਜੈਕਾਰਾ। ਕਲਾ ਉਹਨੇ ਵਰਤਾਈ ਆ, ਪਰ ਉਹਦੇ ਨਾਮ ਦਾ ਜੈਕਾਰਾ ਨਾ ਲਾਓ। ਨਹੀਂ ਸੰਗਤ ਜੀ, ਸਾਨੂੰ ਆਪ ਨੂੰ ਹੀ ਇਹਨਾਂ ਚੀਜ਼ਾਂ ਦੇ ਵਿੱਚੋਂ ਬਾਹਰ ਨਿਕਲਣਾ ਪੈਣਾ। ਸੋ ਕਿਰਪਾ ਕਰੋ ਸਾਰੀ ਸੰਗਤ, ਕੋਈ ਰਸਨਾ ਵਾਂਝੀ ਨਾ ਰਹੇ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ। ਵਾਹਿਗੁਰੂ 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 ਧੰਨ ਵਾਹਿਗੁਰੂ। ਸੋ ਸੰਗਤ ਜੀ, ਹੋਈਆਂ ਭੁੱਲਾਂ ਬਖਸ਼ ਲੈਣੀਆਂ। ਸਤਿਗੁਰੂ ਜੀ ਆਪਦੇ ਪਾਵਨ ਪਿੱਤਰ ਚਰਨ ਕਮਲਾਂ ਵਿੱਚ ਹਾਜ਼ਰੀ ਪ੍ਰਵਾਨ ਕਰਨ। ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।